ਹੈਲੋ ਡੀਅਰ ਸਟੂਡੈਂਟਸ, ਮੈਂ ਸੁਦੀਕਸ਼ਾ ਤੁਹਾਡਾ ਸਵਾਗਤ ਕਰਦੀ ਹਾਂ ਗਿਆਨਮ ਪੰਜਾਬ ਦੇ YouTube ਪਲੇਟਫਾਰਮ ਤੇ ਅੱਜ ਦੇ ਇਸ ਸੈਸ਼ਨ ਦੇ ਵਿੱਚ ਵੀ ਆਰ ਗੋਇੰਗ ਟੂ ਡਿਸਕਸ ਵਨ ਆਫ ਯੋਰ ਡਾਊਟ ਕਿ ਦੋ ਐਗਜ਼ਾਮਸ ਦੀ ਨੋਟੀਫਿਕੇਸ਼ਨ ਆਈ ਹੋਈ ਹੈ, ਰਾਈਟ। ਵਨ ਇਜ਼ ਚੰਡੀਗੜ੍ਹ ਪੀਜੀਟੀ, ਅਨਦਰ ਇਜ਼ ਦ ਲੈਕਚਰਰ ਕਾਡਰ। ਇੱਕ ਐਗਜ਼ਾਮ ਦੀ ਤੇ ਆਲਰੇਡੀ ਰਜਿਸਟ੍ਰੇਸ਼ਨ ਚੱਲ ਵੀ ਰਹੀ ਹੈ ਕਿ ਆਪਾਂ ਇਹਨਾਂ ਦੋਨੋਂ ਐਗਜ਼ਾਮਸ ਦੀ ਤਿਆਰੀ ਇੱਕ ਟਾਈਮ ਤੇ ਕਰ ਸਕਦੇ ਹਾਂ ਕਿ ਨਹੀਂ, ਰਾਈਟ। ਦੈਟ ਵਾਜ਼ ਯੋਰ ਕੁਐਰੀ। ਸੋ ਅੱਜ ਡਿਟੇਲ ਦੇ ਵਿੱਚ ਇਸ ਟੌਪਿਕ ਨੂੰ ਡੀਕੋਡ ਕਰਾਂਗੇ ਐਂਡ ਇੱਕ ਐਨਾਲਿਸਿਸ ਕਰਕੇ ਕਨਕਲੂਡ ਕਰਾਂਗੇ ਕਿ ਇਹਨਾਂ ਦੀ ਤਿਆਰੀ ਹੋ ਸਕਦੀ ਹੈ। ਜੇ ਹੋ ਸਕਦੀ ਹੈ then how, what is the strategy to decode both the exams here, right? So we will be beginning with understanding the syllabus। ਸਭ ਤੋਂ ਪਹਿਲਾਂ ਤੇ ਜੇ ਸਾਨੂੰ ਸਿਲੇਬਸ ਸਮਝ ਆਇਆ ਦੋਨਾਂ ਦਾ ਕਿ ਕਿੰਨੀ ਜ਼ਿਆਦਾ ਸਿਮਿਲੈਰਿਟੀ ਇਹਨਾਂ ਦੇ ਸਿਲੇਬਸ ਦੇ ਵਿੱਚ ਹੈ, then we can assess ਕਿ ਹਾਂ ਕਿਸ ਲੈਵਲ ਦਾ ਪੇਪਰ ਜੋ ਹੈ ਆਉਣ ਵਾਲਾ ਹੈ, ਰਾਈਟ। ਕਿ ਹਾਂ ਚੰਡੀਗੜ੍ਹ ਪੀਜੀਟੀ ਦਾ ਲੈਵਲ ਜੋ ਹੈ ਕਿਸ ਤਰੀਕੇ ਦਾ ਰਹੇਗਾ, ਲੈਕਚਰਰ ਕਾਡਰ ਦਾ ਜੋ ਲੈਵਲ ਹੈ ਐਗਜ਼ਾਮ ਦਾ ਉਹ ਕਿਸ ਤਰੀਕੇ ਦਾ ਰਹੇਗਾ, ਦੈਟ ਵੀ ਨੀਡ ਟੂ ਅੰਡਰਸਟੈਂਡ, ਹੈ ਨਾ। ਜੇ ਇਹ ਚੀਜ਼ ਸਮਝ ਆ ਗਈ ਤੇ ਸਟ੍ਰੈਟਜੀ ਤੇ ਆਪਣੇ ਆਪ ਹੀ ਬਣ ਜਾਏਗੀ। ਫਿਰ ਆਪਾਂ ਕੀ ਕਰਾਂਗੇ, ਜਿੰਨਾ ਵੀ ਸਾਡਾ ਟਾਈਮ ਹੈ ਉਹਨੂੰ ਡਿਵਾਈਡ ਕਰ ਦਾਂਗੇ, ਦੈਟ ਹਾਊ ਵੀ ਕੈਨ ਪ੍ਰੋਸੀਡ ਫॉर बोथ द एग्जाम्स। ठीक है जी, क्लियर। सो ਇੱਥੇ ਲੈਟਸ ਬਿਗਿਨ ਵਿਦ ਅੰਡਰਸਟੈਂਡਿੰਗ ਫਰਸਟ ਦ ਸਿਲੇਬਸ। ਪਹਿਲਾਂ ਆਪਾਂ ਨਾ ਸਿਲੇਬਸ ਨੂੰ ਡੀਕੋਡ ਕਰਾਂਗੇ। ਸਿਲੇਬਸ ਨੂੰ ਡੀਕੋਡ ਕਰਨ ਤੋਂ ਬਾਅਦ ਡਿਫਿਕਲਟੀ ਲੈਵਲ ਕੀ ਹੈ ਦੋਨਾਂ ਐਗਜ਼ਾਮਸ ਦਾ ਉਹਨੂੰ ਡੀਕੋਡ ਕਰਾਂਗੇ। ਦੈਨ ਵੀ ਵਿਲ ਬੀ ਅੰਡਰਸਟੈਂਡਿੰਗ ਕਿ ਹਾਂ ਕੀ strategy ਆਪਾਂ ਇਹਨੂੰ ਇੱਥੇ use ਕਰ ਸਕਦੇ ਹਾਂ, and then ਕੁਝ important topics in the end that you must cover। not only the important topics, I will be giving you some of the important books ਜੋ ਕਿ ਤੁਹਾਡੀ preparation ਨੂੰ ਹੋਰ ਜ਼ਿਆਦਾ enhance ਕਰਨਗੇ, ਠੀਕ ਹੈ, right? So let's proceed by understanding the level of the exam, the nature of the exam ਕਿ ਕੀ ਪੇਪਰ ਦੇ ਲਈ ਚੀਜ਼ਾਂ important ਰਹਿਣਗੀਆਂ। ਜੇ ਤੁਸੀਂ ਪੀਜੀਟੀ ਚੰਡੀਗੜ੍ਹ ਦੀ ਗੱਲ ਕਰੋ ਨਾ, ਚੰਡੀਗੜ੍ਹ ਪੀਜੀਟੀ ਦੀ ਗੱਲ ਕਰੋ, ਇਹਦੇ ਵਿੱਚ ਜੋ ਟੀਚਰ ਰਿਕਰੂਟਮੈਂਟ ਹੈ that is the main event which has to take place। and ਜੋ ਲੈਕਚਰਰ ਕਾਡਰ ਹੈ ਇਹਦੇ ਵਿੱਚ ਤੁਸੀਂ ਸੀਨੀਅਰ ਸੈਕੰਡਰੀ ਲੈਕਚਰਰ ਦੀ ਰਿਕਰੂਟਮੈਂਟ ਜੋ ਹੈ ਉੱਥੇ ਕਰ ਰਹੇ ਹੋ, ਹੈ ਨਾ। ਹੁਣ ਚੰਡੀਗੜ੍ਹ ਜੋ ਬਾਇਓਲੋਜੀ ਦਾ ਪੇਪਰ ਹੋਣਾ ਹੈ ਇਹਦਾ ਵਿੱਚ ਫੋਕਸ ਜੋ ਹੈ ਐਨਸੀਈਆਰਟੀ ਦੇ ਉੱਪਰ ਹੀ ਰਹੇਗਾ। ਐਨਸੀਈਆਰਟੀ ਦਾ ਫੋਕਸ ਕਰਨ ਦਾ ਮਤਲਬ ਨਹੀਂ ਹੈ ਕਿ ਐਨਸੀਈਆਰਟੀ ਸਫੀਸ਼ੀਐਂਟ ਹੈ, ਨਹੀਂ। ਐਨਸੀਈਆਰਟੀ ਬੇਸਡ ਕੁਐਸਚਨਸ ਜ਼ਿਆਦਾ ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਜਾਣਗੇ, ਦਿਸ ਇਜ਼ ਵਾਟ ਇਟ ਮੀਨਸ, ਠੀਕ ਹੈ। ਵੇਅਰ ਐਜ਼ ਲੈਕਚਰਰ ਕਾਡਰ ਦੇ ਵਿੱਚ ਤੁਹਾਨੂੰ ਇੱਥੇ ਗ੍ਰੈਜੂਏਸ਼ਨ ਲੈਵਲ ਤੱਕ ਜੋ ਹੈ ਕਵਰ ਕਰਨਾ ਮਸਟ ਹੈ। ਗ੍ਰੈਜੂਏਸ਼ਨ ਲੈਵਲ ਤੱਕ टॉपिक्स तक कवर होना बहुत ज्यादा जरूरी है if you are preparing for the lecturer cadre। बट थोड़े क्वेश्चंस जो है इतने एनसीईआरटी बेस्ड भी आएंगे, दैट मींस थोड़ी जी सिमिलैरिटी जड़ी है हले है, राइट। देन डायरेक्ट कंसेप्ट बेस्ड क्वेश्चंस जो है दे आर आस्क्ड इन द पीजीटी बायोलॉजी एंड इतने थोड़ा कंसेप्चुअल एनालिटिकल एप्लीकेशन बेस्ड क्वेश्चन जो है पूछा जाएगा। थोड़ा डायरेक्ट क्वेश्चन नहीं आएगा, क्वेश्चन हमेशा घुमा के ही पूछा जाएगा, ठीक है। देन देयर कम्स द डिफिकल्टी लेवल, मॉडरेट लेवल का पेपर आएगा। मोस्ट ऑफ द क्वेश्चंस वर इजी एंड थोड़ा जो डिफिकल्ट क्वेश्चंस जो है इतने प्रेजेंट रहेंगे। इतने मॉडरेट तो थोड़ा जो हाई लेवल जो है चला जाएगा क्योंकि अप्रोच बदल गई, एनालिटिकल क्वेश्चंस जो है वो ज्यादा पूछे जा रहे हैं पेपर दे विच, है ना। फिर इस तो बाद आंदा है थोड़ा कि जो एप्लीकेशन है ऑफ टीचिंग कंसेप्ट्स दे आर मेनली फोकस्ड हियर। बट इन द ਲੈਕਚਰਰ ਕਾਡਰ एग्जाम ਇਹਦੇ ਵਿੱਚ ਜੋ ਤੁਹਾਡੀ ਸਬਜੈਕਟ ਦੀ ਅੰਡਰਸਟੈਂਡਿੰਗ ਹੈ ਇਹਦੇ ਉੱਪਰ ਫੋਕਸ ਕੀਤਾ ਜਾਏਗਾ ਕਿਉਂਕਿ ਪੇਪਰ ਸਿਰਫ ਸਬਜੈਕਟ ओरिएंटेड ਹੀ ਹੋ ਰਿਹਾ ਹੈ, ਰਾਈਟ। ਸਬਜੈਕਟ ओरिएंटेड ਪੇਪਰ ਇਜ਼ ਓਨਲੀ ਟੇਕਿੰਗ ਪਲੇਸ ਹੇਅਰ। तो इस तरीके ਦੀ जो अप्रोच है, नेचर है, दोनों पेपर ਦਾ ਇੱਥੇ ਰਹਿਣ ਵਾਲਾ है। Coming to the difficulty level, that what is the difficulty level for both the exams। देखो ओवरऑल आप डिफिकल्टी देखिए, ऑफ कोर्स लेक्चरर काडर का एग्जाम कंपैरेटिवली थोड़ा ज्यादा डिफिकल्ट जो है इतने रहेगा क्योंकि जो एनसीईआरटी और बाकी कंसेप्ट इतने रहेंगे वो इतने थोड़ा डेप्थ दे विच ਤੁਹਾਨੂੰ ਪੁੱਛੇ ਜਾਣਗੇ, है ना। सो एनसीईआरटी डिपेंडेंसी ਇਹਦੀ काफी ज्यादा हाई है बट ਇਹਦੀ भी डिपेंडेंसी है बट नॉट दैट मच। दैट मीन्स क्वेश्चन विल बी कमिंग फ्रॉम द एनसीईआरटी बट इन्ने ज्यादा नंबर हो सकता ਤੁਹਾਨੂੰ ਉੱਥੇ ਨਾ ਮਿਲੇ। देन कंसेप्चुअल डेप्थ मॉडरेट रहेगा जी, इतने हाई रहेगा कंसेप्चुअल डेप्थ। फैक्चुअल क्वेश्चंस मॉडरेट लेवल पे पूछे जाएंगे, इतने ज्यादा पूछे जाते हैं, यानी कि डायरेक्ट क्वेश्चंस आर कमिंग, राइट। देन एनालिटिकल क्वेश्चंस मॉडरेट रहेंगे बट इतने काफी ज्यादा जो थानू एनालिटिकल क्वेश्चंस है दे विल बी आस्क्ड। बायोलॉजी डेप्थ की गल करिए, मेजरली 11th एंड 12th स्टैंडर्ड दैट इज फोकस्ड हियर बट इतने ग्रेजुएशन एड ऑन हो जाएगा, कुछ टॉपिक्स इदां दे एड ऑन हो जाएंगे विच आर फ्रॉम द ग्रेजुएशन ओनली। रिवीजन देखो, रिवीजन जो है ऑफकोर्स रिक्वायर्ड है, इतने बहुत ज्यादा कमांड सब्जेक्ट के ऊपर होनी जरूरी है इफ यू आर प्रिपेयरिंग फॉर द लेक्चरर काडर एग्जाम, राइट। हुण यूनिट वाइज देखो,
ਦੋਨਾਂ ਦਾ ਸਿਲੇਬਸ ਆਊਟ ਹੈ ਰਾਈਟ, ਦੋਨਾਂ ਦਾ ਸਿਲੇਬਸ ਤੁਹਾਨੂੰ ਆਲਰੇਡੀ ਪਤਾ ਹੈ। ਜੇ ਆਪਾਂ ਯੂਨਿਟ ਵਾਈਜ਼ ਦੇਖੀਏ ਕਿਹੜੇ ਯੂਨਿਟ ਇਦਾਂ ਦੇ ਰਹਿਣਗੇ ਜਿਨ੍ਹਾਂ ਨੂੰ ਤੁਸੀਂ ਸੇਮ ਲੈਵਲ ਤੇ ਪ੍ਰਿਪੇਅਰ ਕਰ ਸਕਦੇ ਹੋ, ਆਲਮੋਸਟ ਸੇਮ। ਇਹ ਯੂਨਿਟਸ ਨੂੰ ਤੁਸੀਂ ਪਹਿਲਾਂ ਕੀ ਕਰ ਸਕਦੇ ਹੋ, ਸ਼ੁਰੂ ਕਰ ਸਕਦੇ ਹੋ ਸੈਲ ਬਾਇਓਲੋਜੀ, ਜਿਹਦੇ ਵਿੱਚ ਤੁਸੀਂ ਮਾਈਟੋਸਿਸ ਮਿਓਸਿਸ ਪੜ੍ਹਨੀ ਹੈ, ਸੈਲ ਆਰਗਨੇਲਿਜ਼ ਪੜ੍ਹਨੀ ਹੈ, ਸੈਲ ਆਰਗਨੇਲਿਜ਼ ਦਾ ਫੰਕਸ਼ਨ ਕਰਨਾ ਹੈ ਰਾਈਟ, ਠੀਕ ਹੈ। ਫਿਰ ਆਂਦਾ ਹੈ ਬਾਇਓਮੋਲੀਕਿਊਲਸ, ਜਿਹਦੇ ਵਿੱਚ ਆਪਾਂ ਸਾਰੇ ਮੈਕਰੋਮੋਲੀਕਿਊਲਸ ਐਂਡ ਮਾਈਕਰੋਮੋਲੀਕਿਊਲਸ ਨੂੰ ਕੀ ਕਰਦੇ ਹਾਂ, ਕਵਰ ਕਰਦੇ ਹਾਂ। After that, cell cycle is present and reproduction. These are the some of the units जो कि almost same level ਦੇ ਹੀ ਪੁੱਛੇ ਜਾਣਗੇ, ਠੀਕ ਹੈ। ਇਸ ਤੋਂ ਬਾਅਦ ਆਂਦਾ ਹੈ ਜੈਨੇਟਿਕਸ ਐਂਡ ਜੋ ਮੋਲੀਕੂਲਰ ਬਾਇਓਲੋਜੀ ਹੋ ਗਿਆ, ਜੇ ਇਹਨਾਂ ਦੀ ਆਪਾਂ ਗੱਲ ਕਰੀਏ ਥੋੜਾ ਜਿਹਾ ਲੈਵਲ ਇੱਥੇ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ, ਠੀਕ ਹੈ। ਐਵੋਲੂਸ਼ਨ ਦੇ ਵਿੱਚ ਕੁਝ ਹੋਰ ਟੌਪਿਕਸ ਹੈ ਜੋ ਕਿ ਐਡ ਆਨ ਹੋ ਜਾਂਦੇ ਆ ਇਫ ਯੂ ਆਰ ਪ੍ਰੀਪੇਅਰਿੰਗ ਫॉर द ਲੈਕਚਰਰ ਕਾਟਰ। That means जो simple चीज़ें होती ਤੁਸੀਂ ਕਰਨੀਆਂ ਹੀ ਹੈ। ਉਸ ਤੋਂ ਇਲਾਵਾ there are some additional things which has to be covered along with that. बायोटेक एक डिफरेंट एप्लीकेशन बेस्ड क्वेश्चंस ਦੇ ਉੱਪਰ ਜੋ ਹੈ ਜ਼ਿਆਦਾ ਫੋਕਸ ਕਰਦਾ ਹੈ if you are preparing for the lecturer cadre, otherwise जो ਤੁਹਾਡਾ ਸਿਲੇਬਸ ਹੈ ਕਾਫੀ ਜ਼ਿਆਦਾ ਹੱਦ ਤੱਕ ਜੋ ਹੈ ਇੱਥੇ ਸਿਮਿਲਰ ਰਹਿਣ ਵਾਲਾ ਹੈ, ठीक है। देन इकोलॉजी, ह्यूमन फिजियोलॉजी, डाइवर्सिटी एंड जो स्ट्रक्चरल बिहेवियर है, इन्हां दी भी अप्रोच तुसी देखोगे थोड़ा एग्जाम ओरिएंटेड जो क्वेश्चंस है ज़्यादा पूछे जाते हैं, ठीक है। सो दिस इज द अप्रोच कि हाँ किस लेवल का कंपैरिजन जो है इत्थे रहने वाला है फॉर बोथ द एग्जाम्स। नाउ दिस इज द सिलेबस आपां देख लिया, काफ़ी हद तक सिलेबस मैच भी करता है। दोनों का सिलेबस तुसी देखो वट एक्चुअली इज कि जो हले पेपर का सिलेबस आउट होया ਲੈਕਚਰਰ ਕਾਡਰ ਦਾ ਹੈ ਨਾ, ਉਹਦੇ ਵਿੱਚ ਕੀ ਕੀਤਾ ਗਿਆ ਹੈ, ਯੂਨਿਟਸ ਨੂੰ ਮੈਂਸ਼ਨ ਕਰਤਾ ਹੈ। ਜੋ ਪਹਿਲਾਂ ਪ੍ਰੀਵੀਅਸ ਸਿਲੇਬਸ ਸੀਗਾ ਉਹਦੇ ਵਿੱਚ ਵੀ ਸੇਮ ਸਿਮਿਲੈਰਿਟੀ ਪ੍ਰੈਜ਼ੈਂਟ ਸੀ, ਕੋਈ ਖਾਸ ਡਿਫਰੈਂਸ ਨਹੀਂ ਸੀਗਾ ਹੈ ਨਾ, ਬਟ ਇਟ ਵਾਸ ਪ੍ਰੈਜ਼ੈਂਟ ਇਨ ਡਿਟੇਲ, ਹਰ ਇੱਕ ਟੌਪਿਕ ਨੂੰ ਪਹਿਲਾਂ ਮੈਂਸ਼ਨ ਕੀਤਾ ਹੋਇਆ ਸੀ। ਬਟ ਹੁਣ ਜੋ ਟੌਪਿਕਸ ਆਏ ਹੈ ਇਹਨਾਂ ਦੇ ਵਿੱਚ ਜੋ ਯੂਨਿਟ ਹੈ ਦੇ ਹੈਵ ਮੈਂਸ਼ਨਡ them ਐਂਡ ਯੂਨਿਟਸ ਦੇ ਵਿੱਚ ਆਉਣ ਵਾਲੇ ਜੋ ਟੌਪਿਕਸ ਹੈ ਉਹਨਾਂ ਨੂੰ ਮੈਂਸ਼ਨ ਕਰਤਾ ਹੈ ਨਾ। And similarly, the syllabus which is for the PGT Union Territory exam, Chandigarh PGT ਦਾ ਜੋ exam ਹੈ, ਇਹਦੇ ਵਿੱਚ ਵੀ ਜੇ ਤੁਸੀਂ syllabus ਦੇਖੋਗੇ number of units has been mentioned and ਉਹਨਾਂ units ਦੇ ਵਿੱਚ ਆਉਣ ਵਾਲੇ ਕੁਝ topics ਨੂੰ mention ਕੀਤਾ ਹੈ and most of the topics are similar. So syllabus ਤੇ same ਹੈ but paper ਦਾ level is going to be different, ਠੀਕ ਹੈ। So this is only the big difference here. So ਇਸ ਚੀਜ਼ ਨੂੰ ਆਪਾਂ overcome ਕਰ ਸਕਦੇ ਹਾਂ। ਹੁਣ ਦੇਖੋ ਬੱਚੇ ਕੀ ਕਰਦੇ ਪਹਿਲਾਂ ਨਾ ਚੰਡੀਗੜ੍ਹ ਪੀਜੀਟੀ ਦੀ ਤਿਆਰੀ ਕਰਨਗੇ ਜਾਂ ਫਿਰ ਪਹਿਲਾਂ ਲੈਕਚਰਰ ਕਾਡਰ ਦੀ ਕਰਨਗੇ ਫਿਰ ਦੂਜੇ ਐਗਜ਼ਾਮ ਦੀ ਤਿਆਰੀ ਕਰਨਗੇ, ਇਦਾਂ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ, ਠੀਕ ਹੈ। ਸਿਲੇਬਸ ਇਜ਼ ਆਲਮੋਸਟ ਸੇਮ, ਆਈ ਕੈਨ ਸੇ ਕਿ 80 to 90% ਸਿਲੇਬਸ ਸੇਮ ਹੈ। ਸੋ ਜੋ 10% 20% ਡਿਫਰੈਂਟ ਹੈ ਉਹਨੂੰ ਤੁਸੀਂ ਬਾਅਦ 'ਚ ਵੀ ਟਾਰਗੇਟ ਕਰ ਸਕਦੇ ਹੋ ਰਾਈਟ। ਸੋ ਇੱਥੇ ਤੁਸੀਂ ਯੂ ਸ਼ੁੱਡ ਪ੍ਰਿਪੇਅਰ ਬੋਥ ਦ ਐਗਜ਼ਾਮਸ ਟੂਗੈਦਰ ਐਂਡ ਦੋਨਾਂ ਨੂੰ ਇੱਕ टाइम ते प्रिपेयर करने दे लिए यू शुड हैव अ बेटर स्ट्रैटेजी। हर एक बच्चे दी अपनी स्ट्रैटेजी हुंदी है, हर एक बच्चे दा अपना ही कंफर्ट लेवल दे अकॉर्डिंग अंडरस्टैंडिंग दे अकॉर्डिंग जो स्ट्रैटेजी है इत्थे चेंज होंदी रहेगी। बट आई कैन गिव यू सम ऑफ द सजेशंस जो कि तुसी ऐड ऑन कर सकते हो जे तुहानू वधिया लगे राइट। अपने जिन्ना भी टाइम यू वांट टू गिव टू द प्रिपरेशन राइट, डिवाइड इट इनटू 4 phases, दैट इज योर phases of the preparation राइट कि तुसी इस चीज़ नू प्रिपेयर करना है। फेज 1 दे विच फोकस करो इन प्रिपेयरिंग द कॉमन पार्ट जो कि 85 to 90% सिलेबस का पार्ट है। बाय दिस you will be completing your 90% of the syllabus for both the examination in the first phase only, right? So करना की है इस सिलेबस ਨੂੰ ਡੈਪਥ ਦੇ ਵਿੱਚ ਕਵਰ ਕਰਨਾ ਹੈ। ਡੈਪਥ ਕਿਹੜੀ ਹੋਣੀ ਚਾਹੀਦੀ ਹੈ, ਲੈਕਚਰਰ ਕਾਡਰ ਦੇ ਐਗਜ਼ਾਮ ਦੀ ਹੋਣੀ ਚਾਹੀਦੀ ਹੈ। ਪੰਜਾਬ ਲੈਕਚਰਰ ਕਾਡਰ ਦੇ ਐਗਜ਼ਾਮ ਦੀ ਡੈਪਥ ਨੌਲੇਜ ਤੱਕ ਇਹਨੂੰ ਕਵਰ ਕਰੋ ਰਾਈਟ। ਆਫਟਰ ਦੈਟ ਸਟੱਡੀ ਫॉर द ਪੰਜਾਬ ਐਕਸਕਲੂਸਿਵ ਟੌਪਿਕਸ ਜੋ ਕਿ ਐਡੀਸ਼ਨਲ ਟੌਪਿਕਸ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਲੈਕਚਰਰ ਕਾਡਰ ਦੇ ਐਗਜ਼ਾਮ ਦੇ ਵਿੱਚ ਜੋ ਕਿ ਅੰਡਰ ਗ੍ਰੈਜੂਏਟ ਦੇ ਟੌਪਿਕਸ ਹੋਣਗੇ ਨਾਰਮਲੀ ਰਾਈਟ। ਉਸ ਤੋਂ ਬਾਅਦ ਤੁਸੀਂ ਇਹਨਾਂ ਟੌਪਿਕਸ ਨੂੰ ਕੀ ਕਰ ਸਕਦੇ ਹੋ, ਇੱਥੇ ਟਾਰਗੇਟ ਕਰ ਸਕਦੇ ਹੋ। ਇਹਨੂੰ ਫੇਜ਼ 2 ਥੋੜਾ ਟਾਈਮ ਜੋ ਹੈ ਫੇਜ਼ 2 ਨੂੰ ਦਿਓ। then you can move to the next step that is your phase 3। रिवाइज करो यूनियन टेरेटरी ਦੇ स्पेसिफिक कुछ टॉपिक्स ਨੂੰ, ਉਹਨਾਂ ਟੌਪਿਕਸ ਨੂੰ ਰਿਵਾਈਜ਼ ਕਰੋ ਜੋ ਕਿ ਫ੍ਰੀਕੁਐਂਟਲੀ ਪੇਪਰ ਦੇ ਵਿੱਚ ਆਣਗੇ ਜਾਂ ਫਿਰ PYQs ਦੇ ਵਿੱਚ ਬਾਰ-ਬਾਰ ਰਿਪੀਟ ਹੋ ਰਹੇ ਹਨ ਰਾਈਟ। then in the last phase that is of course your practice phase,
PYQs ਦੋਨਾਂ ਦੇ for the PGT for the lecturer cutter ਸਾਰੇ PYQs ਜਿੰਨੇ ਅਵੇਲੇਬਲ ਹਨ solve them out, right? ਦੋਨੋਂ ਐਗਜ਼ਾਮਸ ਦੇ PYQs ਨੂੰ ਇੱਥੇ solve ਕਰੋ. So this is how you can make an approach to proceed with both the examinations if you are preparing for both the exams. ਠੀਕ ਹੈ, right? ਹੁਣ ਗੱਲ ਕਰਦੇ ਹਾਂ ਕਿ ਜੇ ਤੁਹਾਡੇ ਕੋਲ ਮੰਨੋ ਕਿ 90 days ਹੈ ਸਿਰਫ ਜਾਂ 3 month ਹੈ ਜਾਂ ਮੇਬੀ 2 months, तो किस तरीके नाल तुसी अपने प्रिपरेशन दी एक टाइमलाइन बना लो, है ना? पहला फर्स्ट मंथ पढ़न दे विच जोश हुंदा है कि आपां तैयारी शुरू कीती है, कंसिस्टेंसी भी हुंदी है ना? सो आपां उन्हां टॉपिक्स नू टारगेट करांगे which are most expected to come, जिन्हां नू समझण दे लई कंसेप्ट दी क्लैरिटी दी जरूरत है, राइट? सो सेल बायोलॉजी, मॉलिक्यूल्स, बायोमॉलिक्यूल्स हो गया, डाइवर्सिटी ऑफ लिविंग ऑर्गेनिज्म ਜਿਹਦੇ ਵਿੱਚ ਸਾਰਾ ਪਲਾਂਟ ਕਿੰਗਡਮ, ਐਨੀਮਲ ਕਿੰਗਡਮ ਆ ਜਾਏਗਾ, ਮੋਰਫੋਲੋਜੀ ਐਂਡ ਐਨਾਟਮੀ ਐਂਡ ਸਟਰਕਚਰਲ ਆਰਗੇਨਾਈਜੇਸ਼ਨ, ਇਹ ਕੁਝ ਟੌਪਿਕਸ ਹੋਣਗੇ ਜੋ ਕਿ ਤੁਹਾਡਾ ਨਾ ਫਾਊਂਡੇਸ਼ਨ ਬਿਲਡਅਪ ਕਰਨਗੇ. ਜਿੱਦਾਂ ਕਿ ਸੈੱਲ, ਜੇ ਤੁਹਾਨੂੰ ਸੈੱਲ ਦੀ ਅੰਡਰਸਟੈਂਡਿੰਗ ਨਹੀਂ ਹੈ, ਯੂ ਕੈਨ ਨਾਟ ਅਪਰੋਚ ਟੂ ਦ ਬਾਇਓਮੋਲੀਕਿਊਲਸ. ਜੇ ਸੈੱਲ ਦੀ ਅੰਡਰਸਟੈਂਡਿੰਗ ਨਹੀਂ ਹੈ, ਦੈਨ ਜੋ ਟੌਪਿਕ ਮੋਨੇਰਾ ਐਂਡ ਪ੍ਰੋਟਿਸਟਾ ਦਾ ਆਏਗਾ, प्रोकैरियोट यूकैरियोट द कंपैरिजन, है ना, that will be creating difficulty. So start with a very basic level. पहला अपना फाउंडेशन जो है उन्होंने build up करो if you are preparing after a very long time, जो gap है studies ਦੇ ਵਿੱਚ, right? Then after that second month ਦੋ ਤੁਹਾਨੂੰ ਥੋੜਾ advanced level ਦੀ study ਕਰਨ ਦਾ. Plant physiology. Plant physiology is a very interesting and very good topic. ਬਹੁਤ ਜ਼ਿਆਦਾ cycles ਵੀ ਆਉਂਦੇ ਹੈ ਜੋ ਕਿ ਪਰੇਸ਼ਾਨ ਵੀ ਕਰਦੇ ਹੈ. So ਇਸ topic ਨੂੰ ਜੇ ਤੁਸੀਂ ਇੱਥੇ cover ਕਰ ਰਹੇ ਹੋ, that means ਤੁਸੀਂ ਆਪਣੇ ਆਪ ਨੂੰ ਇੱਕ sufficient time ਦੇ ਰਹੇ ਹੋ, ਕਿਉਂਕਿ ਹਰ ਬਾਰ ਜਦੋਂ ਤੁਸੀਂ ਰਿਵਾਈਜ਼ ਕਰੋਗੇ ਪਲਾਂਟ ਫਿਜ਼ੀਓਲੋਜੀ ਮਲਟੀਪਲ ਟਾਈਮਸ ਤੱਕ ਰਿਵਾਈਜ਼ ਹੁੰਦਾ ਜਾਏਗਾ. ਸੋ ਥਿੰਗਸ ਵਿਲ ਬੀ ਲਰਨਡ ਬਾਈ yourself, ਰਾਈਟ? ਦੈਨ ਆਉਂਦਾ ਹਿਊਮਨ ਫਿਜ਼ੀਓਲੋਜੀ, ਰੀਪਰੋਡਕਸ਼ਨ, ਹਿਊਮਨ ਹੈਲਥ ਐਂਡ ਡਿਜ਼ੀਜ਼. ਇਹ ਸਾਰਾ ਕੰਟੈਂਟ ਤੇ ਵੈਸੇ ਹੀ ਬਹੁਤ ਜ਼ਿਆਦਾ ਇੰਟਰਸਟਿੰਗ ਹੁੰਦਾ ਹੈ, ਰਾਈਟ? then after that advanced level जो है genetics, molecular biology, evolution, biotechnology and ecology, ਇਹਨਾਂ ਨੂੰ ਤੁਸੀਂ ਲਾਸਟ ਦੇ ਵਿੱਚ ਟਾਰਗੇਟ ਕਰ ਸਕਦੇ ਹੋ, ਜਿਨ੍ਹਾਂ ਨੂੰ ਥੋੜਾ conceptually ਸਮਝਣ ਦੀ ਲੋੜ ਹੈ. technical topics ਰਹਿਣਗੇ, evolution ਆ ਜਾਏਗਾ, biotechnology is a new branch, so ਜੋ ਲਾਸਟ ਟੌਪਿਕ ਹੈ ਤੁਸੀਂ ਇਹਨੂੰ ਪੜ੍ਹ ਸਕਦੇ ਹੋ, ਹੈ ਨਾ? then you can go for the ecology ਦੀ ਕਾਫੀ ਜ਼ਿਆਦਾ weightage ਜੋ ਹੈ ਇੱਥੇ ਰਹੇਗੀ. Additionally last month ਦੇ ਵਿੱਚ ਜੋ ਟੌਪਿਕਸ ਐਡੀਸ਼ਨਲ ਹੈ ਇਨ ਦ ਸਿਲੇਬਸ ਆਫ ਦ ਲੈਕਚਰਰ ਕਾਡਰ, ਉਹਨਾਂ ਟੌਪਿਕਸ ਨੂੰ ਵੀ ਤੁਸੀਂ ਇੱਥੇ ਕਵਰ ਕਰੋ. ਆਪਣੀ ਰਿਵੀਜ਼ਨ ਦੇ ਉੱਪਰ ਫੋਕਸ ਕਰੋ, ਡੂ ਸਮ ਟੈਸਟ, ਮੌਕ ਟੈਸਟ ਦੇ ਉੱਪਰ ਫੋਕਸ ਕਰੋ, ਐਂਡ ਦਿਸ ਇਜ਼ ਹਾਊ ਯੂ ਕੈਨ ਪ੍ਰਿਪੇਅਰ ਵੈਲ ਫॉर ਬੋਥ ਦ ਐਗਜ਼ਾਮਸ ਇਨ ਜਸਟ 3 months. ਸਿਰਫ 3 months ਦੇ ਵਿੱਚ ਪ੍ਰਿਪਰੇਸ਼ਨ ਕਰ ਸਕਦੇ ਹੋ ਇਫ ਯੂ ਆਰ ਹੈਵਿੰਗ ਕੰਸਿਸਟੈਂਸੀ, ਰਾਈਟ? ਠੀਕ ਹੈ, ਓਕੇ. ਨਾਓ ਇਨ ਦ ਐਂਡ ਕੁਝ ਬੁੱਕਸ ਦੀ ਗੱਲ ਕਰਦੇ ਹਾਂ ਕਿ ਸਟ੍ਰੈਟਜੀ ਤੇ ਹੁਣ ਸਾਡੇ ਕੋਲ ਹੈ. ਵਾਟ ਅਬਾਊਟ ਦ ਸਟੱਡੀ ਮਟੀਰੀਅਲ, ਰਾਈਟ? ਚਲੋ ਹੁਣ ਦੇਖੋ, ਇਫ ਯੂ ਆਰ ਪ੍ਰਿਪੇਅਰਿੰਗ ਐਗਜ਼ਾਮ ਇੰਡੀਪੈਂਡੈਂਟਲੀ, ਤੁਸੀਂ ਕਿਸੇ ਕੋਚਿੰਗ ਵਗੈਰਾ ਦੇ ਨਾਲ ਨਹੀਂ ਹੋ, ਰਾਈਟ, ਐਂਡ ਆਪਣੀ ਇੰਡੀਪੈਂਡੈਂਟ ਪ੍ਰਿਪਰੇਸ਼ਨ ਕਰਨਾ ਚਾਹੁੰਦੇ ਹੋ, ਫॉर दैट पर्टिकुलर थिंग आई एम सुजैसटिंग यू दीज बुक्स. अदरवाइज जो साडियां क्लासेस होंदियां है, जो कंटेंट होंदा है, जो टेस्ट आंदे है, तुहानू जो प्रैक्टिस शीट्स मिलदियां है, उन्हां दे विच ऑलरेडी ये सारा कंटेंट ही प्रेजेंट होंदा है जो कि कंपीटिटिव ओरिएंटेड है, राइट? बट इंडिपेंडेंटली प्रिपेयर करना है, फॉर दैट दीज बुक्स आर मस्ट डू. की करना है? फाउंडेशन करना है, पहला अपने कंसैप्ट्स नू क्लीयर करना है. आप एनसीईआरटी नू हमेशा निगलैक्ट कर दिंदे हैं. हुण देखो नीट वर्गा एग्जाम जो है एनसीईआरटी तो प्रिपेयर किया जाता है, ठीक है? एनसीईआरटी बुक बहुत ही वधिया बुक है, बट गड़बड़ ये है कि कंसैप्ट नहीं क्लीयर कर पाती. कंसैप्ट क्लीयर करने के लिए तुहानू होर बुक्स का यूज करना पैना है. बट वट हैज टू बी स्टडीड, वट इज एक्यूरेट, की चीज़ सही है, की चीज़ गलत है, किहड़ी एग्जाम्पल कित्थे आनी चाहिए है, राइट? एक समराइज्ड वे दे विच तुसी एनसीईआरटी नू इत्थे पढ़ो. एनसीईआरटी नू पढ़न दा मतलब की हुंदा है कि तुहानू ना पूरी क्लैरिटी होनी है. जिद्दां वी आर हैविंग अ टॉपिक ऑफ एस्टिवेशन एंड प्लेसेंटेशन, इहदियां कुछ एग्जाम्पल्स हुंदियां है. एनसीईआरटी दे विच किहड़ी एग्जाम्पल प्रेजेंट है, इस तरीके दे नाल तुहानू याद होनी चाहिए है एनसीईआरटी फॉर 11th एंड फॉर 12th क्लास, बोथ द क्लासेस, ठीक है? सो दिस इज द अप्रोच टू स्टडी दीज 2 बुक्स हेयर. आफ्टर दैट आई विल बी सुजैसटिंग यू कि कंसैप्ट क्लैरिटी दे लई, आफ्टर स्टडिंग अ टॉपिक फ्रॉम द एनसीईआरटी, गो फॉर अ मॉड्यूल ऑफ एनी अदर इंस्टीट्यूट, कोई भी इंस्टीट्यूट है, या फिर जो ज्ञानम दे अपने जो थोड़े लैक्चर दे मॉड्यूल्स आते हैं, लैक्चर शेयर किया जाता है, दैट इज ऑल्सो बेस्ड ऑन दिस, ठीक है?
ਇੰਡੀਪੈਂਡੈਂਟਲੀ ਪ੍ਰਿਪੇਅਰ ਕਰਨ ਵਾਲਿਆਂ ਦੇ ਲਈ ਕੀ ਹੈ, ਕਿਸੇ ਵੀ ਇੰਸਟੀਚਿਊਟ ਦੇ ਇੱਥੇ ਐਲਨ ਦਾ ਮੋਡਿਊਲ ਆਈ ਹੈਵ ਸੁਜੈਸਟਡ, ਠੀਕ ਹੈ, ਕਾਫੀ ਵਧੀਆ ਹੁੰਦਾ ਹੈ, ਕਾਫੀ ਡੈਪਥ ਨੌਲੇਜ ਹੁੰਦੀ ਹੈ ਇਹਨਾਂ ਦੇ ਮੋਡਿਊਲਸ ਦੇ ਵਿੱਚ। ਐਮਾਜ਼ੋਨ ਤੋਂ ਮਿਲ ਜਾਣਗੇ ਤੁਹਾਨੂੰ ਇਹ ਮੋਡਿਊਲਸ। ਜੇ 올ਡ ਮੋਡਿਊਲਸ ਪ੍ਰੈਜ਼ੈਂਟ ਹੈ, ਕਿਉਂਕਿ ਪਹਿਲਾਂ 올ਡ NCERT ਫੋਲੋ ਹੁੰਦੀ ਸੀ, ਹੈ ਨਾ, 올ਡ NCERT ਤੋਂ ਜੋ ਬਣਾਏ ਹੋਏ ਮੋਡਿਊਲਸ ਹੈ, ਇਫ ਦੇ ਆਰ ਪ੍ਰੈਜ਼ੈਂਟ ਵਿਦ ਯੂ ਦੈਟ ਇਜ਼ ਮਚ ਬੈਟਰ, ਓਕੇ ਰਾਈਟ। ਇਹਨਾਂ ਮੋਡਿਊਲਸ ਦੇ ਵਿੱਚ ਕੀ ਹੋਏਗਾ, ਇੱਕ ਕੰਸਾਈਜ਼ ਵੇ ਦੇ ਵਿੱਚ ਕਿ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਕੀ ਪੁੱਛਿਆ ਜਾਂਦਾ ਹੈ, ਉਸ ਹਿਸਾਬ ਦੇ ਨਾਲ ਤੁਹਾਨੂੰ ਇੱਕ ਪੂਰਾ ਜੋ ਵੀ ਕੰਸੈਪਟ ਹੈ, ਕੋਈ ਵੀ ਟੌਪਿਕ ਹੈ, ਉਹਦਾ ਕੰਸੈਪਟ ਕਲੀਅਰ ਕੀਤਾ ਜਾਏਗਾ with examples which are most frequently asked in your examinations। so ਪੂਰਾ exam oriented study material ਤੁਹਾਨੂੰ ਇੱਥੇ detail ਦੇ ਵਿੱਚ ਜੋ ਹੈ ਮਿਲ ਜਾਏਗਾ, ਠੀਕ ਹੈ, right। so this is the best thing if you are following the modules, ठीक है। now the things comes, there are some topics which are not mentioned in the modules as well, ਜਿੱਦਾਂ ਕਿ developmental biology ਹੋ ਗਿਆ ਜਾਂ ਫਿਰ comparative anatomy ਹੋ ਗਿਆ, ecology ਦੇ ਵੀ ਕੁਝ ਪਾਰਟ ਜੋ ਹੁੰਦਾ ਹੈ ਇੱਥੇ ਜੋ ਹੈ that is not present, ਠੀਕ ਹੈ। so to cover them you are having 2 more books। zoology ਦੀ book ਹੈ ਰਮੇਸ਼ ਗੁਪਤਾ ਦੀ, ਠੀਕ ਹੈ, graduation level ਦਾ syllabus ਜੋ ਹੈ ਇੱਥੇ ਕਵਰ ਕਰਦਾ ਹੈ ਐਂਡ ਕਾਫੀ ਜ਼ਿਆਦਾ ਵਧੀਆ ਕੰਟੈਂਟ ਜੋ ਹੈ ਸਪੈਸ਼ਲੀ ਕੰਪੈਰੀਟਿਵ ਐਨਾਟਮੀ ਦਾ ਜੋ ਹੈ ਇੱਥੇ ਦਿੱਤਾ ਹੋਇਆ ਹੈ, ਠੀਕ ਹੈ ਜੀ, ਓਕੇ। ਦੈਨ ਸੇਮ ਬੋਟਨੀ ਨੂੰ ਕਵਰ ਕਰਨਾ ਹੈ ਤੁਸੀਂ ਕਾਫੀ ਡਿਟੇਲ ਦੇ ਵਿੱਚ, ਪਲਾਂਟ ਫਿਜ਼ੀਓਲੋਜੀ ਨੂੰ ਪੜ੍ਹਨਾ ਚਾਹੁੰਦੇ ਹੋ, ਇਕੋਲੋਜੀ ਨੂੰ ਪੜ੍ਹਨਾ ਚਾਹੁੰਦੇ ਹੋ, ਕੌਸ਼ਿਕ ਦੀ ਬੁੱਕ ਹੈ MP ਕੌਸ਼ਿਕ, ਦਿਸ ਇਜ਼ ਵਨ ਆਫ ਦ ਵੈਰੀ ਗੁੱਡ ਬੁੱਕਸ, ਇਹਨੂੰ ਵੀ ਤੁਸੀਂ ਪੜ੍ਹ ਸਕਦੇ ਹੋ। ਨੈਕਸਟ ਬੁੱਕ ਇਜ਼ ਮਸਟ ਬਾय। मैं किसी बुक का प्रमोशन नहीं कर रही हाँ, ये मेरी अपनी पर्सनल फेवरेट बुक है, ठीक है। की है इस बुक के विच, देखो बुक जे इस बुक की गल करिए zoology botany दोनों सैपरेट बुक्स रहनियां, ठीक है। लगभग हर एक बुक के विच तुहानू 6500 दे आस-पास क्वेश्चंस मिलणगे। PYQs बेस्ड क्वेश्चंस है ऑफ ऑल दीज एग्जामिनेशन, TGT PGT लेक्चर कैडर एंड मल्टीपल टीचिंग एग्जाम्स। सो किसी भी टॉपिक, अच्छा खासियत की है इस बुक दी, दैट ऑल द क्वेश्चंस विच आर गिवन हियर दे आर चैप्टर वाइज। सो तुसी कोई चैप्टर किता, उस चैप्टर नु करन तो बाद उस चैप्टर तो किन्ने ज्यादा क्वेश्चंस दी पॉसिबिलिटी है उन्हां नु सॉल्व कर लो, है ना, कि कोई टॉपिक किता है, इस टॉपिक तो की क्वेश्चन आ सकता है मैक्स टू मैक्स, राइट, उन्हां नु सॉल्व कर लो। सो दिस इज द अप्रोच इफ यू आर प्रिपेयरिंग फॉर द एग्जामिनेशन, कि ਆਪਾਂ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਸਾਰੇ ਪੋਸੀਬਲ ਕੁਐਸਚਨਸ ਨੂੰ ਆਲਰੇਡੀ ਅਟੈਂਪਟ ਕਰਕੇ ਜਾਣਾ ਹੈ, ਉਹਨਾਂ ਦੇ ਕਨਸੈਪਟਸ ਨੂੰ ਸਮਝ ਕੇ ਜਾਣਾ ਹੈ, ਰਾਈਟ। ਸੋ ਦਿਸ ਹੈਜ਼ ਟੂ ਬੀ ਦਾ ਅਪਰੋਚ ਐਂਡ ਜਦੋਂ ਤੁਸੀਂ ਇਹਨਾਂ ਨੂੰ ਸੋਲਵ ਕਰੋਗੇ ਨਾ ਕੁਐਸਚਨਸ ਨੂੰ ਐਂਡ ਆਪਣੀ ਗਲਤੀਆਂ ਨੂੰ ਰੀਐਨਾਲਾਈਜ਼ ਕਰੋਗੇ, ਕਿਉਂਕਿ ਐਕਸਪਲੇਨੇਸ਼ਨ ਦਿੱਤੀ ਹੋਈ ਹੈ ਇਹਦੇ ਵਿੱਚ, ਸੋ ਕੌਨਫੀਡੈਂਸ ਜੋ ਹੈ ਤੁਹਾਡਾ ਇੱਥੇ ਕੀ ਹੋਣ ਵਾਲਾ ਹੈ, ਬੂਸਟ ਹੋਣ ਵਾਲਾ ਹੈ, ਓਕੇ। ਐਂਡ ਦ ਸਟੂਡੈਂਟਸ ਹੂ ਆਰ ਆਲਰੇਡੀ ਇਨ ਦ ਗਿਆਨਮ, जो ज्ञानम ਦੇ ਨਾਲ ਪਹਿਲਾਂ ਜੁੜੇ ਹੋਏ ਆ, ਉਹਨਾਂ ਨੂੰ ਇਹ ਸਾਰਾ ਸਟੱਡੀ ਮਟੀਰੀਅਲ ਆਈ ਐਮ ਆਲਰੇਡੀ ਪ੍ਰੋਵਾਈਡਿੰਗ ਯੂ ਇਨ ਦੀ ਫਾਰਮ ਆਫ ਯੋਰ ਟੈਸਟ, ਇਨ ਦ ਫਾਰਮ ਆਫ ਯੋਰ ਪ੍ਰੈਕਟਿਸ ਸ਼ੀਟਸ। ਕਲਾਸ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ ਇਹਨਾਂ ਕੁਐਸਚਨਸ ਨੂੰ, ਠੀਕ ਹੈ। ਸੋ ਯੂ ਆਲ ਗਾਈਜ਼ ਆਰ ਪ੍ਰੀਪੇਅਰਿੰਗ ਵੈਲ। ਹਰ ਇੱਕ ਬੱਚੇ ਦੀ ਪ੍ਰੀਪੇਅਰ ਕਰਨ ਦੀ ਸਟ੍ਰੈਟਜੀ ਆਪਣੀ ਹੁੰਦੀ ਹੈ ਐਂਡ ਦਿਸ ਕੁਡ ਬੀ ਯੋਰ ਓਨ ਸਟ੍ਰੈਟਜੀ ਕਿ ਤੁਸੀਂ ਇਸ ਤਰੀਕੇ ਨਾਲ ਇੱਥੇ ਕੀ ਕਰ ਸਕਦੇ ਹੋ, ਪ੍ਰੋਸੀਡ ਕਰ ਸਕਦੇ ਹੋ ਫॉर बोथ द एग्जामिनेशन, ठीक है जी। आई होप आई एम क्लियर विद ऑल दिस। स्टिल इफ यू आर हैविंग सम क्वेरी, कोई डाउट है, किसी होर एग्जाम के बारे कोई कुछ पूछना चाहते हो, सिलेबस का पार्ट कुछ डिस्कस करना चाहते हो, एनीथिंग, डू लेट मी नो इन द कमेंट सेक्शन। आई विल बी हेयर फॉर शेयरिंग वॉट एवर पॉसिबिलिटीज आई एम हैविंग, राइट। सो डू लेट मी नो द सेशन वधिया लग्या, डू लाइक द सेशन एज वेल एंड इसे नाल ओके जी, बाय बाय एंड टेक केयर।